ਬੱਚਿਓ, ਭਿੰਨਾਂ ਬਾਰੇ ਅਸੀਂ ਭਾਗ 1 ਵਿੱਚ ਜਾਣ ਚੁੱਕੇ ਹਾਂ। ਹੁਣ ਅਸੀਂ ਭਿੰਨਾਂ ਤੇ ਕੁਝ ਕਿਰਿਆਵਾਂ ਕਰਾਂਗੇ। ਤਾਂ ਆਓ ਵੇਖੀਏ ਕਿ ਭਿੰਨਾਂ ਉੱਪਰ ਅਸੀਂ ਕਿਹੜੀਆਂ-ਕਿਹੜੀਆਂ ਕਿਰਿਆਵਾਂ ਕਰ ਸਕਦੇ ਹਾਂ। ਅਸੀਂ ਭਿੰਨਾਂ ਬਾਰੇ ਜਾਣ ਚੁੱਕੇ ਹਾਂ। ਜਿਸ ਤਰ੍ਹਾਂ ਅਸੀਂ ਕੁਝ ਭਿੰਨਾਂ ਦੁਬਾਰਾ ਲਿਖਦੇ ਹਾਂ, ਜਿਸ ਤਰ੍ਹਾਂ 1/2 ਇਹ ਵੀ ਇੱਕ ਭਿੰਨ ਹੈ, 4/7 ਇਹ ਵੀ ਇੱਕ ਭਿੰਨ ਹੈ। ਇਹਨਾਂ ਬਾਰੇ ਅਸੀਂ ਜਾਣ ਚੁੱਕੇ ਹਾਂ। ਤਾਂ ਬੱਚੋ ਕੁਝ ਕੁ ਗੱਲਾਂ ਹੋਰ ਭਿੰਨਾਂ ਬਾਰੇ ਜਾਣੀਆਂ, ਕੁਝ ਇੱਕ ਅਸੀਂ ਇਹਨਾਂ 'ਤੇ ਕਿਰਿਆਵਾਂ ਵੀ ਕਰਾਂਗੇ। ਤਾਂ ਬੱਚੋ ਦੇਖੋ, ਜਿਸ ਤਰ੍ਹਾਂ ਇਹ ਜੋ ਮੈਂ 2 ਭਿੰਨਾਂ ਲਿਖੀਆਂ ਹਨ, ਇਹ ਬੱਚੋ ਸਾਡੀਆਂ ਉਚਿਤ ਭਿੰਨਾਂ ਹਨ। ਉਚਿਤ, ਇਹਨਾਂ ਨੂੰ ਉਚਿਤ ਸ਼ਬਦ ਬੋਲਦੇ ਹਾਂ ਕਿ ਇਹਨਾਂ ਦੇ ਜੋ ਅੰਸ਼ ਹਨ, ਸਾਨੂੰ ਪਤਾ ਹੈ ਕਿ ਉੱਪਰ ਵਾਲੀ ਜੋ ਇਹ ਸੰਖਿਆ ਹੈ ਇਸ ਨੂੰ ਅੰਸ਼ ਕਹਿੰਦੇ ਹਾਂ, ਹੇਠਾਂ ਵਾਲੀ ਜੋ ਇਹ ਸੰਖਿਆ ਹੈ ਇਸ ਨੂੰ ਅਸੀਂ ਹਰ ਕਹਿੰਦੇ ਹਾਂ। ਤਾਂ ਹੁਣ ਬੱਚਿਓ, ਅਸੀਂ ਇੱਕ ਸਿੱਖਿਆ ਸੀ ਕਿ ਇੱਕ ਮਿਸ਼ਰਤ ਭਿੰਨ ਵੀ ਹੁੰਦੀ ਹੈ। ਚਲੋ ਅਸੀਂ ਉਸ ਨੂੰ ਲਿਖਦੇ ਹਾਂ, ਤੁਹਾਨੂੰ ਯਾਦ ਆ ਜਾਏਗਾ। ਜਿਸ ਤਰ੍ਹਾਂ ਬੱਚਿਓ ਮੈਂ ਇੱਕ ਸੰਖਿਆ ਲਿਖਣ ਲੱਗਾ ਹਾਂ, 1 ਸਹੀ 2/3। ਇਸ ਨੂੰ ਕਿਸ ਤਰ੍ਹਾਂ ਪੜ੍ਹਦੇ ਹਾਂ? 1 ਸਹੀ ਸ਼ਬਦ ਬੋਲਦੇ ਹਾਂ, 2/3, ਕਿਉਂਕਿ ਇਹਨਾਂ ਸੰਖਿਆਵਾਂ ਨੂੰ ਅਸੀਂ ਬਟਿਆਂ ਵਾਲੀਆਂ ਸੰਖਿਆਵਾਂ ਵੀ ਕਹਿੰਦੇ ਹਾਂ। ਤਾਂ ਬੱਚੋ ਦੇਖੋ, ਜਿਹੜੀ ਇਹ ਮਿਸ਼ਰਤ ਭਿੰਨ ਹੈ, ਇਸ ਨੂੰ ਅਸੀਂ ਸਹੀ ਕਰਕੇ ਕਿਵੇਂ ਲਿਖਣਾ ਹੈ, ਇਸ ਨੂੰ ਸਹੀ ਰੂਪ ਵਿੱਚ ਕਿਵੇਂ ਲਿਖਣਾ ਹੈ। ਤਾਂ ਦੇਖੋ ਬੱਚਿਓ, ਬਰਾਬਰ ਜੋ ਬੇਟਾ ਹਰ ਹੈ, ਇਸ ਨੂੰ ਅਸੀਂ ਸਿੱਧਾ ਹੀ ਇਸ ਤਰ੍ਹਾਂ ਲਿਖ ਦੇਣਾ ਹੈ। ਹੁਣ ਬੱਚਿਓ ਕੀ ਕਰਾਂਗੇ ਕਿ ਜਿਹੜਾ ਇਹ ਹਰ ਹੈ, ਇਹਨੂੰ ਅਸੀਂ ਇਸ ਦੇ ਨਾਲ ਗੁਣਾ ਕਰਨੀ ਹੈ। ਤਾਂ 3 ਏਕਮ 3 ਔਰ ਇਹਦੇ ਵਿੱਚ 2 ਜੋੜ ਦੇਣੇ ਹਨ, ਤਾਂ ਬਣ ਜਾਣਾ ਹੈ 5। ਮੈਂ ਇਸ ਨੂੰ ਪਹਿਲਾਂ ਲਿਖ ਕੇ ਦੱਸਦਾ। ਸਭ ਤੋਂ ਪਹਿਲਾਂ ਅਸੀਂ ਬੱਚਿਓ ਇਸ 3 ਨੂੰ 1 ਦੇ ਨਾਲ ਗੁਣਾ ਕਰਨੀ ਹੈ, ਔਰ ਜੋ ਜਵਾਬ ਆਏਗਾ ਉਸ ਵਿੱਚ ਅਸੀਂ ਇਹ ਵਾਲਾ 2 ਹੈ ਉਹ ਜੋੜ ਦੇਣਾ ਹੈ। ਤਾਂ ਇਸ ਤਰ੍ਹਾਂ ਸਾਡੇ ਕੋਲ ਬਣ ਜਾਏਗਾ, ਇਹ ਵਾਲਾ ਬਣ ਗਿਆ 3 ਏਕਮ 3, ਇਹ 2 ਵਿੱਚ ਜੋੜ ਦਿੰਦੇ ਆ, ਤਾਂ ਸਾਡੇ ਕੋਲ ਬਣ ਜਾਏਗਾ 5/3। ਤਾਂ ਇਸ ਤਰ੍ਹਾਂ ਬੱਚਿਓ ਅਸੀਂ ਇਸ ਮਿਸ਼ਰਤ ਭਿੰਨ ਤੋਂ ਇੱਕ ਹੋਰ ਭਿੰਨ ਬਣਾ ਲਈ। ਤੁਹਾਨੂੰ ਯਾਦ ਆ ਗਿਆ ਹੋਏਗਾ ਕਿ ਇਹ ਭਿੰਨ ਜੋ ਸਾਡੀ ਹੈ ਇਹ ਅਣਉਚਿਤ ਭਿੰਨ ਹੈ। ਇਸ ਨੂੰ ਅੱਗੇ ਅਣ ਸ਼ਬਦ ਲਾਉਂਦੇ ਆ, ਅਣ ਤੇ ਸ਼ਬਦ ਲਿਖਦੇ ਆ ਉਚਿਤ, ਕਿਉਂਕਿ ਇਸ ਦੇ ਵਿੱਚ ਜੋ ਇਸ ਦਾ ਅੰਸ਼ ਹੈ ਇਸ ਦੇ ਹਰ ਤੋਂ ਵੱਡਾ ਹੈ। ਤਾਂ ਬੱਚੋ ਹੋਰ ਇੱਕ ਉਦਾਹਰਨ ਲਈਏ ਇਸ ਤਰ੍ਹਾਂ ਦੀ ਕਿ ਮੰਨ ਲਓ ਸਾਡੇ ਕੋਲ 2 ਸਹੀ 3/5 ਇਸ ਤਰ੍ਹਾਂ ਦੀ ਕੋਈ ਸਾਡੇ ਕੋਲ ਭਿੰਨ ਹੈ, ਮਿਸ਼ਰਤ ਭਿੰਨ। ਤਾਂ ਬੱਚੋ ਕੀ ਤਰੀਕਾ ਹੈ? ਇਹ ਵਾਲਾ ਜੋ 5 ਹੈ ਇਸ ਨੂੰ ਅਸੀਂ ਬਿਲਕੁਲ ਇਸੇ ਤਰ੍ਹਾਂ ਲਿਖ ਦੇਣਾ ਹੈ। ਹੁਣ ਇਸ 5 ਨੂੰ, ਯਾਨੀ ਕਿ ਜੋ ਹਰ ਤੇ ਪਿਆ ਹੈ, ਇਸ ਨੂੰ 2 ਨਾਲ ਗੁਣਾ ਕਰਨੀ ਹੈ, ਭਾਵ ਕਿ 5 ਦਾ ਪਹਾੜਾ 2 ਤੱਕ, ਜਾਂ ਕਹੀਏ ਕਿ 2 ਦਾ ਪਹਾੜਾ 5 ਤੱਕ। 5 ਦੂਣੀ 10, ਔਰ ਉਸ 10 ਦੇ ਵਿੱਚ ਅਸੀਂ ਇਸ 3 ਨੂੰ ਜੋੜ ਦੇਣਾ ਹੈ। 10 ਤੇ ਇਹ 3, ਇਹ ਬਣ ਜਾਏਗਾ ਸਾਡੇ ਕੋਲ 13। ਤਾਂ ਬੱਚੋ ਇਹ ਵੀ ਇੱਕ ਸਾਡੇ ਕੋਲ ਉਦਾਹਰਨ ਹੈ। ਹੋਰ ਇੱਕ ਉਦਾਹਰਨ ਲੈਂਦੇ ਹਾਂ ਤਾਂ ਕਿ ਤੁਹਾਨੂੰ ਹੋਰ ਕਲੀਅਰ ਹੋ ਜਾਵੇ। ਤਾਂ ਬੱਚੋ ਦੇਖੋ, ਜਿਸ ਤਰ੍ਹਾਂ ਸਾਡੇ ਕੋਲ ਆ ਜੇ 4 ਸਹੀ, ਬਿਲਕੁਲ ਇਸ ਨੂੰ ਬੱਚੋ ਬਟੇ ਦੇ ਸਾਹਮਣੇ ਲਿਖਦੇ ਹਾਂ, 1/6 ਲਿਖ ਲੈਂਦੇ ਹਾਂ ਅਸੀਂ। ਤਾਂ ਬੱਚੋ ਕੀ ਕਰੀਏ, ਇਹ ਜੋ 6 ਹੈ ਅਸੀਂ ਇਹਨੂੰ ਉਸੇ ਤਰ੍ਹਾਂ ਹੀ ਲਿਖ ਲੈਣਾ ਹੈ। ਤਾਂ ਹੁਣ ਇਸ 6 ਨੂੰ ਅਸੀਂ ਇਸ 4 ਨਾਲ ਗੁਣਾ ਕਰਦੇ ਹਾਂ। 6 ਚੌਕਾ ਸਾਡੇ ਕੋਲ ਜੋ 24 ਆ ਗਿਆ ਹੈ। ਤਾਂ ਅਸੀਂ ਕੀ ਕਰਾਂਗੇ, ਇਸ 24 ਵਿੱਚ ਇਹ ਵਾਲਾ ਅੰਸ਼ ਜੋੜ ਦਿੰਦੇ ਹਾਂ, 24 ਔਰ 1, ਇਹ ਬਣ ਗਿਆ 25। ਤਾਂ ਇਸ ਤਰ੍ਹਾਂ ਬੱਚੋ ਅਸੀਂ ਇਸ ਮਿਸ਼ਰਤ ਭਿੰਨ ਤੋਂ ਇਸ ਨੂੰ ਅਸੀਂ ਇਸ ਰੂਪ ਵਿੱਚ, ਭਾਵ ਕਿ ਅਨੁਚਿਤ ਭਿੰਨ ਦੇ ਵਿੱਚ ਲਿਖ ਦਿੰਦੇ ਹਾਂ। ਇਹ ਅੱਗੇ ਜਾ ਕੇ ਅਸੀਂ ਵੇਖਾਂਗੇ ਵੀ ਇਸ ਤਰ੍ਹਾਂ ਜ਼ਰੂਰਤ ਸਾਨੂੰ ਕਿਉਂ ਪੈਂਦੀ ਹੈ। ਬੱਚੋ ਅੱਗੇ ਅਸੀਂ ਸਿੱਖਦੇ ਹਾਂ ਭਿੰਨ ਦਾ ਨਿਊਨਤਮ ਰੂਪ। ਤਾਂ ਬੱਚੋ ਵੇਖਦੇ ਹਾਂ ਕਿ ਭਿੰਨ ਦੇ ਨਿਊਨਤਮ ਰੂਪ ਤੋਂ ਕੀ ਮਤਲਬ ਹੈ। ਦੇਖੋ, ਸਭ ਤੋਂ ਪਹਿਲਾਂ ਬੱਚੋ ਮੈਂ ਇੱਥੇ ਇੱਕ ਭਿੰਨ ਲਿਖਦਾ ਹਾਂ। ਇਹ ਭਿੰਨ ਮੇਰੇ ਕੋਲ ਹੈ 4/6। ਤਾਂ ਦੇਖੋ ਬੱਚੋ, ਇਸ ਨੂੰ ਨਿਊਨਤਮ ਰੂਪ ਵਿੱਚ ਬਦਲਣ ਦਾ ਕੀ ਤਰੀਕਾ ਹੈ? ਤਾਂ ਸਭ ਤੋਂ ਬੜਾ ਸਧਾਰਨ ਤਰੀਕਾ ਹੈ, ਜਿਸ ਨੂੰ ਅਸੀਂ ਕੱਟਣਾ ਕਹਿੰਦੇ ਹਾਂ, ਕਿ ਜਿਹੜੀਆਂ ਰਕਮਾਂ ਆਪਸ ਵਿੱਚ ਕੱਟੀਆਂ ਜਾ ਸਕਦੀਆਂ ਹਨ ਉਹਨੂੰ ਕੱਟ ਲੈਣਾ ਹੈ। ਕੱਟਣ ਦਾ ਬੇਟਾ ਤਰੀਕਾ ਕੀ ਹੈ? ਅਸੀਂ ਸਭ ਤੋਂ ਪਹਿਲਾਂ ਮਨ ਵਿੱਚ ਉਹ ਪਹਾੜਾ ਸੋਚਣਾ ਹੈ ਜਿਸ ਦੇ ਵਿੱਚ 4 ਵੀ ਆਉਂਦਾ ਹੋਵੇ
ਔਰ 6 ਵੀ ਆਉਂਦਾ ਹੋਵੇ ਔਰ ਪਹਾੜਾ ਵੀ ਅਸੀਂ ਵੱਡੇ ਤੋਂ ਵੱਡਾ ਸੋਚਣਾ ਹੈ। ਤਾਂ ਸਭ ਤੋਂ ਪਹਿਲਾਂ ਬੱਚਿਓ ਸਾਡੇ ਕੋਲ ਜਿਸ ਤਰ੍ਹਾਂ ਦੂਣੀ ਦਾ ਪਹਾੜਾ ਹੈ, ਦੇਖੋ ਦੂਣੀ ਦੇ ਵਿੱਚ 4 ਵੀ ਆਉਂਦਾ ਹੈ, 6 ਵੀ ਆਉਂਦਾ ਹੈ। ਤਾਂ ਇਸ ਨੂੰ ਅਸੀਂ ਇੱਕ ਤਰੀਕੇ ਨਾਲ 2 ਦੇ ਪਹਾੜੇ ਨੂੰ ਇੱਕ ਤਰ੍ਹਾਂ ਨਾਲ ਸਾਈਡ ਤੇ ਲਿਖ ਲੈਣਾ। ਹੁਣ ਬੱਚਿਓ 2 ਦਾ ਪਹਾੜਾ ਮੈਂ ਪੜ੍ਹਨਾ ਸ਼ੁਰੂ ਕਰਦਾ ਹਾਂ। ਜਿਸ ਤਰ੍ਹਾਂ ਵੀ ਅਸੀਂ ਪੜ੍ਹਦੇ ਹਾਂ, ਜੋ ਸਾਡੀ ਇੱਕ ਆਦਤ ਬਣੀ ਹੈ। ਦੇਖੋ 1 ਦੂਣੀ ਦੂਣੀ, ਅਜੇ 4 ਨਹੀਂ ਆਇਆ, 2 ਦੂਣੀ 4। ਆ ਦੇਖੋ ਬੱਚਿਓ 2 ਦਾ ਪਹਾੜਾ ਮੈਂ ਪੜ੍ਹਿਆ ਤੇ 4 ਆ ਗਿਆ। ਦੁਬਾਰਾ ਮੈਂ ਕਰਦਾ 1 ਦੂਣੀ ਦੂਣੀ, ਭਾਵ ਕਿ 1 ਦੂਣੀ ਦੂਣੀ 2 ਆਇਆ, 4 ਨਹੀਂ ਆਇਆ ਸਾਡੇ ਕੋਲ। ਪਰ ਜਦੋਂ ਮੈਂ 2 ਦੂਣੀ 4 ਬੋਲਿਆ ਤਾਂ ਇਹਦਾ ਮਤਲਬ ਇਸ 2 ਦੇ ਪਹਾੜੇ ਦੇ ਵਿੱਚ 2 ਦੂਣੀ 4 ਆ ਜਾਂਦਾ। ਤਾਂ ਬੱਚੋ ਅਸੀਂ ਕਰਦੇ ਕੀ ਹਾਂ, ਇਸ 4 ਦੇ ਉੱਪਰ ਇਸ ਤਰ੍ਹਾਂ ਲਾਈਨ ਮਾਰ ਦਿੰਦੇ ਹਾਂ ਔਰ ਇੱਥੇ 2 ਲਿਖ ਦਿੰਦੇ ਹਾਂ, ਭਾਵ ਕਿ ਇਸ 4 ਨੂੰ ਅਸੀਂ 2 ਦੇ ਪਹਾੜੇ ਤੇ ਕੱਟਤਾ। ਹੁਣ ਇਸੇ ਤਰ੍ਹਾਂ ਅਸੀਂ 6 ਨੂੰ ਕੱਟਣਾ ਹੈ ਤਾਂ ਪਹਾੜਾ ਫਿਰ ਅੱਗੇ ਪੜ੍ਹਦੇ ਹਾਂ, 3 ਦੂਣੀ 6। ਤਾਂ ਬੱਚੋ ਦੇਖੋ ਕੀ ਹੋਇਆ ਕਿ 4 ਨੂੰ ਵੀ ਅਸੀਂ ਕੱਢ ਦਿੱਤਾ, 6 ਨੂੰ ਵੀ ਕੱਢ। ਇਹਨਾਂ ਦੀ ਜਗ੍ਹਾ ਤੇ ਨਵੀਆਂ ਸੰਖਿਆਵਾਂ ਸਾਡੇ ਕੋਲ ਆ ਗਈਆਂ। ਤਾਂ ਅਸੀਂ ਜਵਾਬ ਵਿੱਚ ਕੀ ਲਿਖਾਂਗੇ, 2/3। ਇਸ ਨੂੰ ਬੱਚਿਓ ਅਸੀਂ ਕੱਟਣਾ ਵੀ ਕਹਿੰਦੇ ਹਾਂ ਤੇ ਜਾਂ ਇਹ ਕਹੀਏ ਕਿ ਅਸੀਂ ਭਿੰਨ ਨੂੰ ਉਸ ਦੇ ਨਿਊਨਤਮ ਰੂਪ ਵਿੱਚ ਬਦਲ ਦਿੱਤਾ। ਇਸੇ ਤਰ੍ਹਾਂ ਦੇ ਵਿੱਚ ਸਾਡੇ ਕੋਲ ਸਵਾਲ ਆਉਣਗੇ। ਹੋਰ ਇੱਕ ਅਸੀਂ ਉਦਾਹਰਨ ਵੇਖਦੇ ਹਾਂ। ਥੋੜਾ ਜਿਹਾ ਅਸੀਂ ਇਸ ਤਰ੍ਹਾਂ ਇਸ ਰਕਮ ਵੱਲ ਧਿਆਨ ਕਰੀਏ, 35/25। ਤਾਂ ਬੱਚਿਓ ਦੇਖੋ 5 ਦੇ ਪਹਾੜੇ ਵਿੱਚ ਦੋਨੋਂ ਰਕਮਾਂ ਆਉਂਦੀਆਂ ਹਨ। ਤਾਂ ਅਸੀਂ ਇਹ 5, ਇਹ ਬੱਚੋ ਸਿਰਫ ਤੁਹਾਡੇ ਸਮਝਣ ਵਾਸਤੇ ਮੈਂ ਪਾਸੇ 5 ਲਿਖ ਰਿਹਾ ਹਾਂ। ਜਦੋਂ ਤੁਸੀਂ ਬਿਲਕੁਲ ਟ੍ਰੇਨਡ ਹੋ ਜਾਓਗੇ ਤੁਹਾਨੂੰ ਇਹ ਜ਼ਰੂਰਤ ਨਹੀਂ ਹੈ ਇੱਥੇ 5 ਲਿਖਣ ਦੀ। ਤਾਂ ਬੱਚੋ ਅਸੀਂ ਹੁਣ ਇਸ 5 ਦੇ ਪਹਾੜੇ ਨੂੰ ਪੜ੍ਹਨਾ ਹੈ ਜਿਸ ਤਰ੍ਹਾਂ ਅਸੀਂ ਮਨ ਵਿੱਚ ਪੜ੍ਹਦੇ ਹਾਂ, 1 5 5। ਤਾਂ ਜੀ ਸਾਡੇ ਕੋਲ 35 ਨਹੀਂ ਆਇਆ, ਤਾਂ ਇਹਦਾ ਮਤਲਬ 2 5 10। ਇਸ ਤਰ੍ਹਾਂ ਬੱਚੋ ਕਰਦਿਆਂ ਜਦੋਂ 7 5 ਇਹ 35 ਆ ਜਾਏਗਾ ਤਾਂ ਬੱਚੋ ਅਸੀਂ ਕੀ ਕਰਾਂਗੇ, 7 5 35। 35 ਨੂੰ ਕੱਟਿਆ, ਉੱਪਰ 7 ਲਿਖ ਦਿੱਤਾ। ਹੁਣ ਬੱਚੋ ਇਸ ਤਰ੍ਹਾਂ ਇਹ 25 ਜੋ ਹੈ, 5 5 25। ਤਾਂ ਬੱਚੋ ਸਾਡੇ ਕੋਲ ਜਵਾਬ ਕੀ ਆਏਗਾ, ਕਿਉਂਕਿ ਇਹ ਤਾਂ ਕੱਟੇ ਜਾ ਚੁੱਕੇ ਹਨ। ਇਹ ਵਾਲਾ 7 ਇੱਥੇ ਆ ਜਾਏਗਾ, ਇਹ ਵਾਲਾ 5 ਇੱਥੇ ਆ ਜਾਏਗਾ। ਤਾਂ ਬੱਚੋ ਇਸ ਸਵਾਲ ਦੀ ਤੁਸੀਂ ਚੰਗੀ ਤਰ੍ਹਾਂ ਸਮਝ ਪ੍ਰਾਪਤ ਕਰਕੇ ਫਿਰ ਪ੍ਰੈਕਟਿਸ ਵਾਸਤੇ ਮੈਂ ਤੁਹਾਨੂੰ ਇੱਥੇ 2 ਸਵਾਲ ਲਿਖਣ ਲੱਗਾ ਹਾਂ। ਉਹ ਤੁਸੀਂ ਮੈਨੂੰ ਕੱਚੀ ਕਾਪੀ ਤੇ ਹੱਲ ਕਰਕੇ ਔਰ ਮੈਨੂੰ ਉਹ ਤੁਸੀਂ ਭੇਜਣੇ ਹਨ। ਜਿਸ ਤਰ੍ਹਾਂ ਸਭ ਤੋਂ ਪਹਿਲਾ ਸਵਾਲ ਤੁਹਾਨੂੰ ਮੈਂ ਦੇਣ ਲੱਗਾ ਹਾਂ, 8/6। ਤੁਸੀਂ ਇਸ ਨੂੰ ਨਿਊਨਤਮ ਰੂਪ ਵਿੱਚ ਬਦਲਣਾ ਹੈ। ਔਰ ਇੱਕ ਸਵਾਲ ਤੁਹਾਨੂੰ ਮੈਂ ਹੋਰ ਦੇ ਦੇਣਾ, ਜਿਸ ਤਰ੍ਹਾਂ 10/15। ਤਾਂ ਬੱਚੋ ਇਹਨਾਂ ਦੋਨਾਂ ਸਵਾਲਾਂ ਨੂੰ ਤੁਸੀਂ ਹੱਲ ਕਰਕੇ ਮੈਨੂੰ ਭੇਜਣਾ ਹੈ। ਅੱਗੇ ਬੱਚੋ ਤੁਹਾਨੂੰ ਮੈਂ ਇੱਕ ਹੋਰ ਗੱਲ ਨਵੀਂ ਦੱਸਣ ਲੱਗਾ ਹਾਂ ਕਿ ਜਿਸ ਤਰ੍ਹਾਂ ਮੈਂ ਕੋਈ ਇੱਕ ਸੰਖਿਆ 4 ਲਿਖੀ ਹੈ, ਸਾਨੂੰ ਪੁੱਛਿਆ ਜਾਵੇ ਕਿ ਕੀ ਇਹ ਭਿੰਨ ਹੈ, ਤੇ ਆਮ ਤੌਰ ਤੇ ਅਸੀਂ ਕਹਿ ਦੇਵਾਂਗੇ ਕਿ ਨਹੀਂ ਜੀ ਇਹ ਭਿੰਨ ਨਹੀਂ ਹੈ, ਕਿਉਂਕਿ ਸਾਨੂੰ ਪਤਾ ਹੈ ਭਿੰਨ ਦੀ ਨਿਸ਼ਾਨੀ ਬਟਾ ਹੈ। ਕਿ ਜੋ ਇਸ ਤਰ੍ਹਾਂ ਅਗਰ ਮੰਨ ਲਓ ਇਹ ਇਸ ਤਰ੍ਹਾਂ ਲਿਖਿਆ ਹੁੰਦਾ ਫਿਰ ਅਸੀਂ ਕਹਿਣਾ ਸੀ ਕਿ ਹਾਂਜੀ ਇਹ ਭਿੰਨ ਹੈ। ਪਰ ਬੱਚੋ ਧਿਆਨ ਕਰੋ, ਅਸਲ ਵਿੱਚ ਇਹ 4 ਵੀ ਭਿੰਨ ਹੈ। ਕਿਸ ਤਰ੍ਹਾਂ, ਅਸੀਂ ਜਦੋਂ ਮਰਜ਼ੀ ਬਟਾ ਲਾ ਕੇ ਥੱਲੇ 1 ਲਾ ਸਕਦੇ ਹਾਂ। ਤਾਂ ਧਿਆਨ ਹੋਰ ਬੱਚੋ ਅਸੀਂ ਉਦਾਹਰਨ ਵੇਖ ਲੈਂਦੇ ਹਾਂ ਕਿ ਜਿਸ ਤਰ੍ਹਾਂ ਸਾਡੇ ਕੋਲੇ 10 ਪਿਆ ਹੈ, ਇਸ ਨੂੰ ਅਸੀਂ ਭਿੰਨ ਰੂਪ ਵਿੱਚ ਕਿਵੇਂ ਲਿਖ ਸਕਦੇ ਹਾਂ, 10/1। ਭਾਵ ਇਹ ਬੇਟਾ ਕਿ ਕੋਈ ਵੀ ਸੰਖਿਆ ਹੈ ਬਟਾ ਪਾ ਕੇ ਉਹਦੇ ਹੇਠਾਂ ਅਸੀਂ 1 ਲਿਖ ਕੇ ਉਸ ਨੂੰ ਜਦੋਂ ਚਾਹੇ ਭਿੰਨ ਬਣਾ ਲੈਣਾ ਹੈ। ਪਰ ਬੱਚੋ ਬਿਲਕੁਲ ਧਿਆਨ ਰੱਖਣਾ ਹੈ ਕਿ 10 ਨੂੰ ਅਸੀਂ 1/10 ਨਹੀਂ ਲਿਖ ਸਕਦੇ, ਇਹ ਗਲਤ ਹੈ। ਉਸ ਦਾ ਬੇਟਾ ਕਾਰਨ ਕੀ ਹੈ? ਕਾਰਨ ਇਹ ਹੈ ਕਿ ਜਦੋਂ ਅਸੀਂ ਭਿੰਨਾਂ ਬਾਰੇ ਸਮਝਿਆ ਸੀ, ਸ਼ੁਰੂਆਤ ਕੀਤੀ ਸੀ, ਤਾਂ ਇਸ ਵਾਲੇ 10 ਨੂੰ ਅਸੀਂ ਇੰਜ ਲਿਖ ਲਿਆ 10/1। ਭਾਵ ਕਿ 10 ਚੀਜ਼ਾਂ ਇੱਕ ਹਿੱਸੇ ਵਿੱਚ ਨੇ, ਜਾਂ ਕਹੀਏ ਕਿ ਇੱਕ ਜਗ੍ਹਾ ਉੱਪਰ ਪਈਆਂ ਹਨ। ਪਰ ਬੱਚੋ ਇੱਥੇ ਜੋ 1/10 ਹੈ ਉਹਦਾ ਮਤਲਬ ਹੈ ਕਿ ਇੱਕ ਵਸਤੂ ਨੂੰ ਅਸੀਂ 10 ਭਾਗਾਂ ਵਿੱਚ ਵੰਡ ਰਹੇ ਹਾਂ। ਭਾਵ ਬੇਟਾ ਕਿ 10/1 ਔਰ 1/10 ਵਿੱਚ ਫਰਕ ਹੈ। 10/1 ਦਾ ਭਾਵ ਹੈ 10 ਚੀਜ਼ਾਂ ਇੱਕ ਹੀ ਜਗ੍ਹਾ ਉੱਪਰ ਪਈਆਂ ਹਨ ਜਾਂ ਇੱਕ ਵਿਅਕਤੀ ਨੂੰ ਦੇ ਦਿੱਤੀਆਂ ਗਈਆਂ ਹਨ। 1/10 ਦਾ ਮਤਲਬ ਹੈ ਕਿ ਇੱਕ ਵਸਤੂ ਨੂੰ, ਇੱਕ ਚੀਜ਼ ਨੂੰ 10 ਭਾਗਾਂ ਵਿੱਚ ਵੰਡ ਦਿੱਤਾ ਗਿਆ ਹੈ। ਉਹਦਾ 10ਵਾਂ ਭਾਗ ਹੈ ਉਹ 1/10 ਹੈ। ਇਸ ਕਰਕੇ ਬੱਚੋ ਅਸੀਂ 10 ਨੂੰ 1/10 ਨਹੀਂ ਲਿਖ ਸਕਦੇ।
ਹੁਣ ਬੱਚੋ ਸਭ ਤੋਂ ਪਹਿਲਾਂ ਅਸੀਂ ਭਿੰਨਾਂ ਦੀ ਗੁਣਾ ਸਿੱਖਦੇ ਹਾਂ। ਮੰਨ ਲਓ ਸਾਡੇ ਕੋਲ ਕੋਈ ਦੋ ਭਿੰਨਾਂ ਹਨ, 2/3, ਔਰ ਅਸੀਂ ਇਸ ਨੂੰ 1/5 ਨਾਲ ਗੁਣਾ ਕਰਨੀ ਚਾਹੁੰਦੇ ਹਾਂ। ਇਹ ਸਾਡੀ ਪਹਿਲੀ ਭਿੰਨ ਹੈ, ਇਹ ਸਾਡੀ ਦੂਜੀ ਭਿੰਨ ਹੈ। ਇਸ ਤਰ੍ਹਾਂ ਦੇ ਸਵਾਲ ਤੁਸੀਂ ਅਭਿਆਸ ਵਿੱਚ ਕਿਤਾਬ ਵਿੱਚ ਵੇਖੇ ਹਨ। ਤਾਂ ਬੱਚੋ ਬੜੇ ਸਰਲ ਸਵਾਲ ਹਨ, ਆਓ ਇਹਨੂੰ ਸਿੱਖਦੇ ਹਾਂ। ਸਭ ਤੋਂ ਪਹਿਲਾਂ ਅਸੀਂ ਜੋ ਸਾਨੂੰ ਪਹਿਲਾਂ ਪਤਾ ਹੈ ਉਹਨੂੰ ਯਾਦ ਕਰ ਲਈਏ। ਅਸੀਂ ਦੇਖਦੇ ਹਾਂ ਕਿ ਕੋਈ ਦੋ ਅੰਕਾਂ ਨੂੰ ਅਸੀਂ ਕਿਸ ਤਰ੍ਹਾਂ ਗੁਣਾ ਕਰਦੇ ਸੀ। ਮੰਨ ਲਓ 2 ਨੂੰ ਅਸੀਂ 3 ਨਾਲ ਗੁਣਾ ਕਰਨੀ ਚਾਹੁੰਦੇ ਹਾਂ। ਬੱਚਾ ਤੁਹਾਨੂੰ ਪਤਾ ਹੈ ਕਿ 2 ਦਾ ਪਹਾੜਾ 3 ਤੱਕ ਜਾਂ 3 ਦਾ ਪਹਾੜਾ 2 ਤੱਕ, ਇਹ ਸਾਡੇ ਕੋਲ 6 ਆ ਜਾਂਦਾ ਹੈ। ਇਸ ਤਰ੍ਹਾਂ ਬੱਚੋ ਜਿਹੜੀ ਮਰਜ਼ੀ ਗੁਣਾ ਅਸੀਂ ਉਸ ਨੂੰ ਅਸੀਂ ਜਾਣਦੇ ਹਾਂ। ਹੁਣ ਬੱਚੋ ਅਸੀਂ ਵੇਖਣਾ ਹੈ ਕਿ ਜੋ ਸਾਡੀਆਂ ਭਿੰਨਾਂ ਹਨ, ਭਿੰਨਾਂ ਨੂੰ ਆਪਸ ਵਿੱਚ ਗੁਣਾ ਕਿਸ ਤਰ੍ਹਾਂ ਕੀਤੀ ਜਾਂਦੀ ਹੈ। ਤਾਂ ਬੱਚੋ ਇਹਨਾਂ ਨੂੰ ਗੁਣਾ ਕਰਨ ਦਾ ਕੀ ਤਰੀਕਾ ਹੈ। ਗੁਣਾ ਦੇ ਵਿੱਚ ਇੱਕ ਬੜਾ ਹੀ ਸੌਖਾ ਤਰੀਕਾ ਹੈ ਕਿ ਅੰਸ਼ ਵਾਲੀ ਰਕਮ ਨੂੰ ਅੰਸ਼ ਵਾਲੀ ਰਕਮ ਦੇ ਨਾਲ ਗੁਣਾ ਕਰ ਦੇਣੀ ਹੈ। ਤਾਂ ਇੱਥੇ ਅੰਸ਼ ਦੇ ਵਿੱਚ 2 ਹੈ, ਇੱਥੇ 1 ਹੈ, ਤੇ ਸਾਡੇ ਕੋਲ ਬਣ ਜਾਏਗਾ 2 ਏਕਮ 2। ਇਸ ਤਰ੍ਹਾਂ ਬੇਟਾ ਹਰ ਦੇ ਵਿੱਚ ਇੱਥੇ ਹਰ 3 ਹੈ, ਇਸ ਨੂੰ ਇਸ 5 ਨਾਲ ਗੁਣਾ ਕਰ ਦੇਣਾ ਹੈ। 3 5 15। ਲੋ ਬੱਚੋ ਇਹ ਸਾਡਾ ਆਨਸਰ ਆ ਗਿਆ। ਤਾਂ ਬੱਚੋ ਹੋਰ ਇੱਕ ਉਦਾਹਰਨ ਲੈਂਦੇ ਹਾਂ। ਮੰਨ ਲਓ ਸਾਡੇ ਕੋਲ ਕੋਈ ਸੰਖਿਆ ਹੈ 1/4, ਇਸ ਨੂੰ ਅਸੀਂ ਗੁਣਾ ਕਰਨੀ ਹੈ 3/7 ਨਾਲ। ਤਾਂ ਬੱਚੋ ਕਿਸ ਤਰ੍ਹਾਂ ਅਸੀਂ ਇਸ ਨੂੰ ਗੁਣਾ ਕਰਾਂਗੇ। ਬਹੁਤ ਹੀ ਸਿੰਪਲ ਹੈ, ਬਹੁਤ ਸਧਾਰਨ, ਬਹੁਤ ਸੌਖਾ। ਇਸ ਅੰਸ਼ ਨੂੰ ਭਾਵ ਕਿ ਇਸ 1 ਨੂੰ ਇਸ 3 ਦੇ ਨਾਲ ਗੁਣਾ ਕਰ ਦੇਣੀ ਹੈ। 3 ਏਕਮ 3, 7 ਚੌਕਾ 28। ਲੋ ਬੱਚੋ ਇਹ ਸਾਡਾ ਆਨਸਰ ਆ ਗਿਆ। ਤਾਂ ਬੱਚੋ ਇਸ ਤਰ੍ਹਾਂ ਦੇ ਤੁਹਾਨੂੰ ਮੈਂ ਕੁਝ ਸਵਾਲ ਵੀ ਦੇਵਾਂਗਾ ਪ੍ਰੈਕਟਿਸ ਵਾਸਤੇ। ਉਹ ਸਵਾਲ ਤੁਸੀਂ ਮੈਨੂੰ ਹੱਲ ਕਰਕੇ ਭੇਜਣੇ ਹਨ। ਬੱਚੋ ਇਹ ਗੱਲਾਂ ਸਿੱਖਣ ਦੇ ਨਾਲ ਅਸੀਂ ਹੁਣ ਆਪਣੇ ਅਭਿਆਸ ਵਿਚਲੇ ਸਵਾਲਾਂ ਨੂੰ ਹੱਲ ਕਰ ਸਕਦੇ ਹਾਂ। ਜਿਸ ਤਰ੍ਹਾਂ ਦੇਖੋ ਕੁਝ ਇੱਕ ਸਵਾਲ, ਇਹ ਜੋ ਇੱਕ ਤੁਹਾਨੂੰ ਇੱਥੇ ਪਹਿਲਾ ਸਵਾਲ ਨਜ਼ਰ ਆ ਰਿਹਾ ਹੈ, ਜਾਂ ਫਿਰ ਇਸ ਤਰ੍ਹਾਂ ਬੱਚੋ ਇਹ ਜੋ 3 ਨੰਬਰ ਸਵਾਲ ਹੈ ਤੁਹਾਨੂੰ ਨਜ਼ਰ ਆ ਰਿਹਾ ਹੈ। ਤਾਂ ਬੱਚੋ ਅਸੀਂ ਇਹਨਾਂ ਸਵਾਲਾਂ ਨੂੰ ਹੁਣ ਸਾਰਿਆਂ ਨੂੰ ਹੱਲ ਕਰ ਸਕਦੇ ਹਾਂ। ਇਹਦੇ ਵਿੱਚੋਂ ਅਸੀਂ ਕੋਈ ਇੱਕ ਉਦਾਹਰਨ ਲਵਾਂਗੇ। ਜਿਸ ਤਰ੍ਹਾਂ ਨੇ ਸਭ ਤੋਂ ਪਹਿਲਾਂ ਕੀ ਲਿਖਿਆ ਹੈ, ਗੁਣਾ ਕਰਕੇ ਅਤੇ ਨਿਊਨਤਮ ਰੂਪ ਵਿੱਚ ਲਿਖੋ ਅਤੇ ਮਿਸ਼ਰਤ ਭਿੰਨ ਵਿੱਚ ਦਰਸਾਓ। ਤਾਂ ਬੱਚੋ ਸਾਰੀਆਂ ਗੱਲਾਂ ਹੀ ਇਹਦੇ 'ਚ ਪੁੱਛ ਲਈਆਂ ਹਨ। ਤਾਂ ਆਓ ਬੱਚੋ ਅਸੀਂ ਇੱਕ ਇਹ ਸਵਾਲ ਹੱਲ ਕਰਕੇ ਵੇਖੀਏ। ਅਭਿਆਸ 2.2 ਦਾ ਤੀਸਰੇ ਦਾ ਜੋ ਪਹਿਲਾ ਸਵਾਲ ਹੈ, ਇਸ ਨੂੰ ਅਸੀਂ ਹੱਲ ਕਰਦੇ ਹਾਂ। ਦੇਖੋ ਇਹਦੇ ਵਿੱਚ 7 ਗੁਣਾ 3/5 ਹੈ। ਇਹ ਭਿੰਨ ਹੈ। ਇਹ ਸਾਦਾ ਭਿੰਨ ਰੂਪ ਵਿੱਚ ਸਾਨੂੰ ਨਜ਼ਰ ਨਹੀਂ ਆ ਰਿਹਾ, ਪਰ ਅਸੀਂ ਸਿੱਖ ਲਿਆ ਹੈ। ਸਭ ਤੋਂ ਪਹਿਲਾਂ ਬੱਚੋ ਇਸ ਨੂੰ ਅਸੀਂ ਭਿੰਨ ਰੂਪ ਵਿੱਚ ਲਿਖ ਲਵਾਂਗੇ। ਦੇਖੋ ਬੱਚੋ ਬੜਾ ਆਸਾਨ ਤਰੀਕਾ ਹੈ। ਬਰਾਬਰ ਦਾ ਨਿਸ਼ਾਨ ਪਾਵਾਂਗੇ। ਇਹ ਵਾਲਾ 7 ਜੋ ਹੈ ਇਹਦੇ ਨੀਚੇ ਇਸ ਤਰ੍ਹਾਂ ਬਟਾ ਲਗਾ ਕੇ ਗੁਣਾ 3/5। ਤਾਂ ਬੱਚੋ ਦੇਖੋ ਇਸ ਵਾਲੇ ਅੰਸ਼ ਨੂੰ ਇਸ ਵਾਲੇ ਅੰਸ਼ ਨਾਲ ਗੁਣਾ ਕਰਾਂਗੇ, ਕਿਉਂਕਿ ਭਿੰਨਾਂ ਨੂੰ ਗੁਣਾ ਕਰਨ ਦਾ ਇਹ ਤਰੀਕਾ ਹੈ। 7 ਤੀਆ ਇਹ ਸਾਡੇ ਕੋਲ 21 ਆ ਜਾਵੇਗਾ ਬਟਾ 5 ਏਕਮ 5। ਤਾਂ ਬੱਚੋ ਇਹ ਸਾਡੇ ਕੋਲ ਜਵਾਬ ਤਾਂ ਆ ਗਿਆ ਹੈ, ਪਰ ਸਾਨੂੰ ਇੱਥੇ ਇੱਕ ਗੱਲ ਹੋਰ ਉਹਨਾਂ ਨੇ ਕਹੀ ਹੈ ਕਿ ਇਹ ਜੋ ਸਾਡੀ ਇਹ ਵਾਲੀ ਭਿੰਨ ਆ ਗਈ ਹੈ, ਇਸ ਨੂੰ ਅਸੀਂ ਮਿਸ਼ਰਤ ਭਿੰਨ ਦੇ ਰੂਪ ਵਿੱਚ ਦਰਸਾਉਣਾ ਹੈ। ਤਾਂ ਇੱਥੇ ਬੱਚੋ ਤੁਹਾਨੂੰ ਨਾਲ ਦੀ ਨਾਲ ਹੀ ਮੈਂ ਇੱਕ ਤਰੀਕਾ ਹੋਰ ਸਿਖਾਉਣ ਲੱਗਾ ਹਾਂ ਕਿ ਜੋ ਸਾਡੀ ਇਹ ਅਣਉਚਿਤ ਭਿੰਨ ਹੈ। ਅਣਉਚਿਤ ਦਾ ਮਤਲਬ ਬੱਚੋ ਕਿ ਜਿਸ ਦਾ ਅੰਸ਼ ਉਸਦੇ ਹਰ ਨਾਲੋਂ ਵੱਡਾ ਹੋਵੇ। ਤਾਂ ਇਸ ਤਰ੍ਹਾਂ ਦੀ ਭਿੰਨ ਨੂੰ ਬੱਚੋ ਅਸੀਂ ਮਿਸ਼ਰਤ ਭਿੰਨ ਦੇ ਰੂਪ ਵਿੱਚ ਦਰਸਾ ਸਕਦੇ ਹਾਂ। ਤਾਂ ਤਰੀਕਾ ਉਹ ਵੀ ਬੱਚੋ ਅਸੀਂ ਨਾਲ ਦੀ ਨਾਲ ਇੱਥੇ ਸਿੱਖ ਲੈਣਾ ਹੈ। ਤਾਂ ਬੱਚੋ ਢੰਗ ਕੀ ਹੈ, ਇਹ ਵਾਲਾ ਜੋ 21 ਹੈ ਇਸ ਨੂੰ ਬੱਚੋ ਅਸੀਂ ਇਸ ਤਰ੍ਹਾਂ ਭਾਗ ਕਰਨ ਦੀ ਕੋਸ਼ਿਸ਼ ਕਰਨੀ ਹੈ 5 ਦੇ ਨਾਲ, ਕਿਉਂਕਿ ਬੱਚੋ ਇਹ 21/5 ਸੀ। 21 ਨੂੰ ਅਸੀਂ ਇਸ ਤਰ੍ਹਾਂ ਵਿੱਚ ਰੱਖਿਆ ਔਰ ਭਾਗ ਸ਼ੁਰੂਆਤ ਕੀਤੀ। ਤਾਂ ਬੱਚੋ 5 ਦਾ ਪਹਾੜਾ ਸਾਡੀ ਕੋਸ਼ਿਸ਼ ਹੁੰਦੀ ਹੈ ਭਾਗ ਕਰਨ ਲੱਗਿਆ ਕਿ ਸਾਡੇ ਪਹਾੜੇ ਵਿੱਚ 21 ਆ ਜਾਵੇ, ਪਰ ਅਸੀਂ ਵੇਖਦੇ ਹਾਂ 5 ਚੌਕਾ 20, ਕਿਉਂਕਿ 5 5 25, ਉਹ ਇਸ ਤੋਂ ਵੱਧ ਜਾਏਗਾ। ਤਾਂ ਸਾਨੂੰ 20 ਲਗਾਉਣਾ ਪੈ ਗਿਆ। ਤਾਂ ਬੱਚੋ ਜਦੋਂ ਅਸੀਂ ਘਟਾਓ ਕੀਤੀ 1 ਆ ਗਿਆ। ਤਾਂ ਦੇਖੋ ਬੱਚੋ ਇਹ 1 ਸਾਡੇ ਕੋਲ ਬਾਕੀ ਆ ਗਿਆ। ਹੁਣ ਬੱਚੋ
ਇਹਦੇ ਨਾਲ ਅਸੀਂ ਆਪਣੀ ਭਿੰਨ ਨੂੰ, ਇਹ ਜੋ ਸਾਡੀ 21/5 ਭਿੰਨ ਹੈ, ਇਸ ਨੂੰ ਬੱਚੋ ਅਸੀਂ ਮਿਸ਼ਰਤ ਰੂਪ ਵਿੱਚ ਲਿਖ ਸਕਦੇ ਹਾਂ। ਉਹ ਬੱਚੋ ਕਿਸ ਤਰ੍ਹਾਂ ਲਿਖਣਾ ਹੈ? ਬਰਾਬਰ ਉਸ ਤਰ੍ਹਾਂ ਹੀ ਪਾ ਕੇ। ਬੱਚੋ ਆਹ ਜਿਹੜਾ ਪੋਰਸ਼ਨ ਹੈ, ਅਸੀਂ ਇਹ ਤਾਂ ਸਿਰਫ ਤੁਹਾਡੇ ਸਮਝਣ ਵਾਸਤੇ ਮੈਂ ਇੱਥੇ ਕੀਤਾ ਹੈ, ਇਹ ਕੱਚਾ ਕੰਮ ਹੈ, ਇਸ ਨੂੰ ਅਸੀਂ ਪਾਸੇ ਕਰਾਂਗੇ। ਪਰ ਇੱਥੇ ਨਾਲ ਦੀ ਨਾਲ ਤੁਹਾਨੂੰ ਨਜ਼ਰ ਆਵੇ, ਮੈਂ ਇਹਨੂੰ ਇੱਥੇ ਦਾ ਇੱਥੇ ਲਿਖਿਆ ਹੈ। ਤਾਂ ਦੇਖੋ ਬੱਚੋ ਕੀ ਕੀਤਾ ਅਸੀਂ, ਇਹ ਵਾਲੇ 21 ਨੂੰ ਵਿੱਚ ਰੱਖਿਆ ਸੀ ਔਰ 5 ਨਾਲ ਭਾਗ ਕੀਤੀ ਔਰ ਸਾਡੇ ਕੋਲ ਇਸ ਤਰ੍ਹਾਂ 1 ਬਾਕੀ ਆ ਗਿਆ। ਔਰ ਬੱਚੋ ਮੈਂ ਦੁਬਾਰਾ ਰਿਪੀਟ ਕਰ ਦੇਵਾਂ, 21/5 ਸਾਡਾ ਉੱਤਰ ਆਇਆ ਸੀ ਜਦੋਂ ਅਸੀਂ ਇਸ ਭਿੰਨ ਨੂੰ ਇਸ ਭਿੰਨ ਦੇ ਨਾਲ ਗੁਣਾ ਕੀਤੀ ਸੀ। ਬੇਸ਼ੱਕ ਇਹ ਬਟੇ ਰੂਪ ਵਿੱਚ ਨਜ਼ਰ ਨਹੀਂ ਆ ਰਹੀ, ਪਰ ਅਸੀਂ ਇਸ ਨੂੰ ਬਟਾ 1 ਕਰਕੇ ਭਿੰਨ ਬਣਾ ਲਿਆ ਔਰ ਇਹਨਾਂ ਦੀ ਜਦੋਂ ਗੁਣਾ ਕੀਤੀ, ਅੰਸ਼ ਨੂੰ ਅੰਸ਼ ਨਾਲ ਗੁਣਾ ਕਰ ਦਿੱਤੀ, 21 ਆ ਗਿਆ। 1 ਨੂੰ ਇਸ 5 ਨਾਲ ਗੁਣਾ ਕਰ ਦਿੱਤੀ, ਥੱਲੇ 5 ਆ ਗਿਆ। ਤਾਂ ਬੱਚੋ ਮੈਂ ਤੁਹਾਨੂੰ ਦੱਸਿਆ ਸੀ ਕਿ ਇਸ 21/5 ਨੂੰ ਅਸੀਂ ਮਿਸ਼ਰਤ ਰੂਪ ਵਿੱਚ ਬਦਲਣਾ ਹੈ, ਮਿਸ਼ਰਤ ਭਿੰਨ ਦੇ ਰੂਪ ਵਿੱਚ ਬਦਲਣਾ। ਤਰੀਕਾ ਕੀ ਹੈ? 21 ਨੂੰ ਵਿੱਚ ਰੱਖ ਕੇ 5 ਨਾਲ ਭਾਗ ਕਰਨ ਦੀ ਕੋਸ਼ਿਸ਼ ਕਰਨੀ ਹੈ। ਤਾਂ ਬੱਚੋ ਜਦੋਂ ਅਸੀਂ ਭਾਗ ਕੀਤੀ, ਸਾਡੇ ਕੋਲ 1 ਬਾਕੀ ਆ ਗਿਆ। ਹੁਣ ਬੱਚੋ ਇਸ ਨੂੰ ਮਿਸ਼ਰ ਰੂਪ ਵਿੱਚ ਕਿਵੇਂ ਲਿਖਾਂਗੇ? ਇਹ ਵਾਲਾ ਜੋ 5 ਹੈ, ਇਸ ਨੂੰ ਬੱਚੋ ਸਿੱਧਾ ਹੀ ਅਸੀਂ ਇਸ ਤਰ੍ਹਾਂ ਲਿਖ ਦੇਣਾ ਹੈ। ਤਾਂ ਦੇਖੋ ਇੱਥੇ 2 ਚੀਜ਼ਾਂ ਸਾਡੇ ਕੋਲ ਹਨ, ਇੱਕ ਬਾਕੀ ਵਾਲੀ ਰਕਮ ਹੈ, ਇੱਕ ਜੋ ਸਾਡਾ ਇਹ ਭਾਗਫਲ ਆ ਰਿਹਾ। ਤਾਂ ਬੱਚੋ ਇਹ ਜੋ ਸਾਈਡ ਤੇ ਹੈ, ਇਸ ਨੂੰ ਸਾਈਡ ਦਾ ਸਥਾਨ ਹੀ ਦੇਣਾ ਹੈ। ਇਸ ਤਰ੍ਹਾਂ ਯਾਦ ਰੱਖਣ ਦਾ ਇੱਕ ਢੰਗ ਆ ਬੱਚੋ। ਇਹ ਜੋ ਇਸ ਤਰ੍ਹਾਂ ਸਾਨੂੰ ਬਟਾ ਵਰਗੀ ਲਕੀਰ ਨਜ਼ਰ ਆ ਰਹੀ ਹੈ, ਇਹ ਇੱਕ ਅਸੀਂ ਇਸ ਲਕੀਰ ਦੇ ਉੱਪਰ ਰੱਖ ਦੇਣਾ ਹੈ। ਇਹ ਬੱਚੋ ਇਹ ਵੀ ਤਾਂ ਤੁਸੀਂ ਨਾਲ ਦੀ ਨਾਲ ਹੀ ਇਹ ਚੀਜ਼ ਸਿੱਖ ਲਈ ਕਿ ਇਸ ਅਣਉਚਿਤ ਭਿੰਨ ਨੂੰ ਅਸੀਂ ਮਿਸ਼ਰਤ ਰੂਪ ਵਿੱਚ ਕਿਵੇਂ ਬਦਲਣਾ ਹੈ। ਤਾਂ ਬੱਚੋ ਇੱਥੇ ਅਸੀਂ ਭਿੰਨਾਂ ਨੂੰ ਗੁਣਾ ਵੀ ਕਰਨੀ ਹੈ ਸਵਾਲ ਦੇ ਵਿੱਚ, ਔਰ ਜੋ ਉਸਦਾ ਜਵਾਬ ਆਉਂਦਾ ਹੈ ਉਸ ਨੂੰ ਅਸੀਂ ਮਿਸ਼ਰਤ ਭਿੰਨ ਦੇ ਰੂਪ ਵਿੱਚ ਵੀ ਲਿਖਣਾ ਹੈ। ਅੱਗੇ ਬੱਚੋ ਅਸੀਂ ਇੱਕ ਹੋਰ ਸਵਾਲ ਹੱਲ ਕਰਦੇ ਹਾਂ, ਤੀਸਰੇ ਦਾ 8ਵਾਂ ਸਵਾਲ, 20 ਗੁਣਾ 4/5। ਤਾਂ ਬੱਚੋ ਇਸ ਦਾ ਤਰੀਕਾ ਕੀ ਹੈ? ਸਭ ਤੋਂ ਪਹਿਲਾਂ ਇਹ ਜੋ 20 ਹੈ, ਇਸ ਨੂੰ ਅਸੀਂ ਭਿੰਨ ਰੂਪ ਵਿੱਚ ਬਦਲੀਏ। 20/1 ਨੀਚੇ 1 ਲਗਾ ਦਿੱਤਾ, 4/5। ਤਾਂ ਦੇਖੋ ਬੱਚੋ ਇੱਥੇ ਜੋ ਅਸੀਂ ਇੱਕ ਬਿਲਕੁਲ ਸਧਾਰਨ ਤਰੀਕਾ ਸਿੱਖਿਆ ਸੀ, ਅੰਸ਼ ਨੂੰ ਅੰਸ਼ ਨਾਲ ਗੁਣਾ ਕਰ ਦਈਏ। ਤਾਂ ਇਹ ਸਾਡੇ ਕੋਲ ਬੇਟਾ 20 ਚੌਕਾ 80 ਔਰ 5 ਏਕਮ 5। ਤਾਂ ਬੱਚੋ ਅੰਸ਼ ਨੂੰ ਅੰਸ਼ ਨਾਲ, ਹਰ ਨੂੰ ਹਰ ਨਾਲ ਗੁਣਾ ਕੀਤੀ, ਸਾਡੇ ਕੋਲ ਜਵਾਬ ਆ ਗਿਆ। ਤਾਂ ਬੱਚੋ ਇਸ ਨੂੰ ਅਸੀਂ ਫਿਰ ਨਿਊਨਤਮ ਰੂਪ ਵਿੱਚ ਦਰਸਾਉਣਾ ਹੈ, ਭਾਵ ਕਿ ਇਹਨੂੰ ਅਸੀਂ ਅੱਗੇ ਕੱਟ ਸਕਦੇ ਹਾਂ। ਤਾਂ ਬੱਚੋ ਅਸੀਂ ਇੱਥੇ ਸਿੱਧੀ ਗੁਣਾ ਕੀਤੀ, ਜਵਾਬ ਆ ਗਿਆ, ਇਸ ਨੂੰ ਕੱਟਤਾ। 16 5 80, 5 ਦੇ ਪਹਾੜੇ ਦੇ ਵਿੱਚ 1 5 5 16 5 80। ਤਾਂ ਸਾਡੇ ਕੋਲ ਇਹ ਜਵਾਬ ਦੇ ਵਿੱਚ ਵੈਸੇ ਤਾਂ 16/1 ਬਣਦਾ ਹੈ, ਪਰ ਜਿਸ ਤਰ੍ਹਾਂ ਬੱਚੋ ਅਸੀਂ 16 ਦੇ ਹੇਠਾਂ ਏਕਾ ਲਗਾ ਕੇ ਉਸ ਨੂੰ ਭਿੰਨ ਬਣਾ ਲੈਂਦੇ ਹਾਂ, ਪਰ ਅਗਰ ਸਾਡੇ ਕੋਲ ਇਸ ਤਰ੍ਹਾਂ 1 ਆ ਜਾਂਦਾ ਹੈ ਤੇ ਅਸੀਂ ਉਸ ਨੂੰ ਹਟਾ ਕੇ 16 ਇਸ ਰੂਪ ਵਿੱਚ ਆਨਸਰ ਲਿਖ ਦਿੰਦੇ ਹਾਂ। ਹੁਣ ਬੱਚੋ ਧਿਆਨ ਕਰੋ ਕਿ ਅਸੀਂ ਸਿੱਧਾ ਅੰਸ਼ ਨੂੰ ਅੰਸ਼ ਨਾਲ ਗੁਣਾ ਕੀਤੀ, ਹਰ ਨੂੰ ਹਰ ਨਾਲ ਗੁਣਾ ਕੀਤੀ, 80/5 ਆ ਗਿਆ, ਉਸ ਨੂੰ ਅਸੀਂ ਕੱਟ ਲਿਆ। ਪਰ ਸਾਨੂੰ ਕਿਹਾ ਗਿਆ ਕਿ ਉੱਤਰ ਨੂੰ ਨਿਊਨਤਮ ਰੂਪ ਵਿੱਚ ਲਿਖਣਾ ਹੈ, ਤੇ ਅਸੀਂ ਉਸ ਨੂੰ ਕੱਟ ਕੇ ਨਿਊਨਤਮ ਰੂਪ ਵਿੱਚ ਲਿਖ ਲਿਆ। ਤਾਂ ਬੱਚੋ ਇਸ ਨੂੰ ਬਜਾਏ ਸਿੱਧਾ ਗੁਣਾ ਕਰਨ ਦੇ ਅਸੀਂ ਹੁਣ ਵੇਖਾਂਗੇ ਕਿ ਅਸੀਂ ਇਸ ਨੂੰ ਪਹਿਲਾਂ ਹੀ ਨਿਊਨਤਮ ਰੂਪ ਵਿੱਚ ਲਿਖ ਲੈਣਾ ਹੈ, ਸਾਨੂੰ ਫਿਰ ਆਸਾਨੀ ਹੋਏਗੀ। ਉਹ ਬੱਚੋ ਕਿਸ ਤਰ੍ਹਾਂ? ਮੈਂ ਉਸ ਨੂੰ ਦੁਬਾਰਾ ਉਸ ਚੀਜ਼ ਨੂੰ ਕਰਦਾ ਹਾਂ ਕਿ ਜੋ ਬੇਟਾ ਇਹ ਸਾਡਾ ਸਟੈਪ ਸੀ, 20/1 ਫਿਰ ਗੁਣਾ 4/5। ਤਾਂ ਬੱਚੋ ਅਸੀਂ ਕੀ ਕਰਦੇ ਹਾਂ, ਬਜਾਏ ਪਹਿਲਾਂ ਸਿੱਧੀ ਅੰਸ਼ ਨੂੰ ਅੰਸ਼ ਨਾਲ ਗੁਣਾ ਕਰਨ ਦੇ ਅਸੀਂ ਕੀ ਕਰਦੇ ਹਾਂ ਬੱਚੋ, ਇੱਥੇ ਕੱਟ ਲੈਂਦੇ ਹਾਂ। ਹੁਣ ਕੱਟਣ ਲੱਗਿਆ ਬੱਚੋ ਕੀ ਧਿਆਨ ਕਰਨਾ ਹੈ, ਇਹ ਦੋਨੋਂ ਉੱਪਰ ਵਾਲੀਆਂ ਰਕਮਾਂ ਇਹ ਬੱਚੋ ਅੰਸ਼ ਭਾਗ ਹਨ, ਇਹਨਾਂ ਨੂੰ ਅਸੀਂ ਅੰਸ਼ ਭਾਗ ਕਹਿੰਦੇ ਹਾਂ। ਦੋਨੋਂ ਵਾਲੀਆਂ ਜੋ ਇਹ ਹਰ ਹਨ, ਤਾਂ ਬੱਚੋ ਯਾਦ ਰੱਖਣਾ ਹੈ ਕਿ ਹਮੇਸ਼ਾ ਅੰਸ਼ ਨੂੰ ਹਰ ਨਾਲ ਕੱਟਣਾ ਹੈ, ਕਦੀ ਵੀ ਅੰਸ਼ ਨੂੰ ਅੰਸ਼ ਨਾਲ ਨਹੀਂ ਕੱਟਣਾ। ਤਾਂ ਅਸੀਂ ਬੱਚੋ ਪਹਿਲਾਂ ਮਨ ਵਿੱਚ ਸੋਚਣਾ ਹੈ ਵੀ ਕਿਹੜੇ 2 ਜੋੜੇ ਆਪਸ ਵਿੱਚ ਕੱਟੇ ਜਾ ਸਕਦੇ ਹਨ, ਭਾਵ ਕਿ 20 5 ਨਾਲ ਕੱਟਿਆ ਜਾ ਸਕਦਾ ਹੈ, ਭਾਵ ਕਿ ਕਿਸੇ ਪਹਾੜੇ 'ਚ ਦੋਵੇਂ ਆਉਂਦੇ ਹਨ, ਜਾਂ 4 ਤੇ 5 ਆਪਸ ਵਿੱਚ ਕੱਟਿਆ ਜਾ ਸਕਦਾ ਹੈ। ਤਾਂ ਬੱਚੋ ਅਸੀਂ ਵੇਖਦੇ ਹਾਂ 20 ਤੇ 5 ਇਹ ਦੋਨੋਂ 5 ਦੇ ਪਹਾੜੇ 'ਚ ਆਉਂਦੇ ਹਨ। ਤਾਂ ਦੇਖੋ ਇਹਨੂੰ ਅਸੀਂ ਪਹਿਲਾਂ ਹੀ ਕੱਟ ਲੈਣਾ ਹੈ, 1 5 5
4 5 20। तो ये बच्चों की होएगा, साडा काम थोड़ा जा आसान हो जाएगा। हुण 1 एकम 1 इनू बच्चों से नीचे लगा देना है और इस 4 नू इस 4 नाल गुणा कर देनी है। 4 चौके 16। देखो बच्चों उस तरह ही फिर उन्ना ही जवाब आ गया। तो इस नू अगे असीं सिर्फ 16 लिख देना है। जिस तरह तुसीं देखो पिछे असीं हुणे सवाल कीता सी कि 80/5 असीं सीधी गुणा करके ले आंदा सी, पर बजाय इस तरह करन दे वधिया तरीका की है कि इस नू असीं पहले ही कट लईए। तो इस तरह बच्चों ये साडे कोल 16 जवाब आ गया। इस तरह बच्चों तुसीं बाकी दे जिन्ने भी सारे सवाल हैं बड़े आसानी नाल हुण तुसीं हल उन्हां नू कर सकदे जे। देखो बच्चों अगे साडे कोले 5B दा पहला सवाल 18 दा 2/3। इत्थे बच्चों वेखो इन्हां दोवां दे विचकार ये दद्दे गन्ना पाया 18 दा 2/3। हुण बच्चों असीं इस सवाल नू किवें हल करना। देखो बच्चों 18 दा 2/3 बराबर पा के 18। जिथे बच्चों ये दद्दे गन्ना है ਇਹਦੀ जगह ते असीं इस तरह गुणा निशान पा देना और 2/3। तो देखो बच्चों ये सवाल बिल्कुल उस तरह ही बन गया जो असीं भिन्नां दी गुणा सीखी है। तो इस नूं बच्चों हल करने का की तरीका है कि ये जो 18 है ਇਹਦੇ हेठां बटा पा के 1 गुणा 2/3। तो बच्चों ये 2 भिन्नां दी गुणा असीं वेखते हैं कि 18 और 3 आपस में कट्टे जा सकते हैं। 3 का पहाड़ा 1 तीया तीया 6 तीए 18। इस तो बिना बच्चों इन्हां दोनों नूं आपस में नहीं कट सकते क्योंकि दोनों अंश दे विच हैं। तो बच्चों अपने को जवाब की बनेगा 6 दूनी 12 और हेठां 1 एकम 1। और ये जो बेटा 1 है इस नूं असीं नहीं लिखते, असीं केवल 12 जवाब लिख देवांगे। तो बच्चों की गल सानूं नवीं पता लगी कि ये जो दद्दे कन्ना है इस दी जगह ते असीं गुणा दा निशान लगा देना है। बाकी सवाल उस तरह जिस तरह असीं भिन्नां दी गुणा दे सिक्खे हैं बिल्कुल उस तरह ही सारा ये जो साडा सवाल है। तो बच्चों असीं जरा हुण रिपीट करिए, दोबारा दोहराइए कि हुण तक असीं की सिख लिया है। देखो बच्चों सब तो पहला असीं भिन्नां दी गुणा दी गल कीती सी कि अगर असीं इन्हां 2 भिन्नां नूं गुणा करनी चाहुंदे हां, बड़ा एक सोहना सौखा तरीका है कि अंश नूं अंश नाल गुणा कर देनी है 2 एकम 2, हर नूं हर नाल गुणा कर देनी है 5 3 15। ये साडे कोल जवाब आ गया। दूजा असीं बच्चों इस सही वाली संख्या नूं भाव के मिश्रित भिन्न नूं जिहड़ी साडी अनुचित भिन्न है उहदे विच बदलना, जिहनूं असीं सहीयां भन्नना भी कह दिंदे हां, वो सिक्ख्या सी। की तरीका सी, हेठां वाला 3 सीधा इधर लिख देना है। फिर की करना है, इस 3 नूं इहदे नाल गुणा करके 4 तीए 12, 12 विच उपरला अंश जोड़ देना है ते साडे कोल 13। ये सीख लिया असीं। तो साडे कोल इसदा जवाब 13/3 आ गया। अगे बच्चों असीं भिन्न नूं उहदे न्यूनतम रूप विच बदलना सिक्ख्या सी कि जिस तरह असीं उदाहरण लईए कि 4/6 है। जदों बच्चों इस नूं असीं न्यूनतम रूप विच बदलना है, भाव कि इस नूं असीं कटना है, कट्टण वास्ते एक साझा पड़ा लभ्या सी 2 दा। तो बच्चों 2 दूनी 4 3 दूनी 6 साडे कोल जवाब 2/3 आ गया। उस तो बाद बच्चों असीं गल ये सीखी सी कि अगर कोई संख्या भिन्न रूप विच सानूं नज़र नहीं आ रही, भाव के बटे दे रूप विच नज़र नहीं आ रही, तो उहनूं असीं किस तरह बटे दे रूप विच दसना है। तो बच्चों की करांगे, बटा पा के हेठां असीं 1 पा देना है। इवें ये जो 7 है इसनूं असीं 7/1 लिख सकते हैं। पर बच्चों असीं ये भी ध्यान रखना है कि असीं 4 नूं 4/1, 7 नूं 7/1 तो लिख सकते हैं, परंतु इनू 4 नूं 1/4 नहीं लिख सकते, ये गलत है। इस तरह 7 नूं असीं 1/7 नहीं लिख सकते। ये चीज़ां नूं असीं फिर दोबारा रिपीट करांगे। अगर किसी बच्चे नूं इस बारे नहीं समझ आ रहा, दोबारा फिर रिपीट करांगे। सिर्फ अजे असीं इन्ना ध्यान रखीए कि जिस भी संख्या नूं असीं भिन्न रूप विच बदलना चाहुंदे हां तां उस दे हेठां 1 बटा लगा के इस तरह 1 लगा देना है, अगर वो पहलां बटे रूप विच सानूं नहीं नज़र आ रही।